ਵੈਲਕਮ ਮਾਈ ਡੀਅਰ ਸਟੂਡੈਂਟਸ। ਬੇਟਾ 10ਵੀਂ ਕਲਾਸ 'ਚ ਤੁਸੀਂ ਪੜ੍ਹ ਰਹੇ ਹੋ ਅਤੇ ਆਪਾਂ ਟਰਮ 2 ਦੀ ਤਿਆਰੀ ਕਰ ਰਹੇ ਹਾਂ। ਟਰਮ 2 ਦੇ ਵਿੱਚ ਬੇਟਾ ਜੀ 6 ਮਾਰਕਸ ਦੇ ਜਿਹੜੇ ਕੁਐਸਚਨਸ ਨੇ ਉਹ ਤੁਹਾਡੇ ਇੱਕ ਤਾਂ 14th ਚੈਪਟਰ ਦੇ ਵਿੱਚੋਂ ਆਉਣੇ ਨੇ ਅਤੇ ਉਸੇ ਲਈ ਆਪਾਂ ਅੱਜ ਸ਼ੁਰੂ ਕਰਨੀ ਹੈ ਐਕਸਰਸਾਈਜ਼ 14.2 ਜਿਹਦੇ ਵਿੱਚ ਆਪਾਂ ਸਿੱਖਣਾ ਹੈ ਮੋਡ ਫਾਈਂਡ ਕਰਨਾ, ਯਾਨੀ ਕਿ ਬਹੁਲਕ ਪਤਾ ਕਰਨਾ। ਥੋੜ੍ਹਾ ਜਿਹਾ ਤੁਸੀਂ ਇਹ 9th ਦੇ ਵਿੱਚ ਕੀਤਾ ਹੋਇਆ, ਪਰ ਉਹਦੇ ਵਿੱਚ ਕੀ ਸੀ, ਵਰਗ ਅੰਤਰਾਲ ਨਹੀਂ ਸੀ। ਠੀਕ ਹੈ, ਤੁਸੀਂ ਇਹ ਲਿਖ ਦਿੰਦੇ ਸੀ ਵੀ ਜੋ ਸਭ ਤੋਂ ਜ਼ਿਆਦਾ ਵਾਰ ਆਇਆ, ਜਿਹਦੀ ਸਭ ਤੋਂ ਜ਼ਿਆਦਾ ਫਰੀਕੁਐਂਸੀ ਹੈ, ਸਭ ਤੋਂ ਜ਼ਿਆਦਾ ਬਾਰੰਬਾਰਤਾ ਹੈ, ਉਹਨੂੰ ਆਪਾਂ ਬਹੁਲਕ ਕਹਿ ਦਿੰਦੇ ਸੀ। ਠੀਕ ਹੈ ਨਾ, ਹਾਈਐਸਟ ਫਰੀਕੁਐਂਸੀ। ਪਰ ਇਹ ਉਦੋਂ ਤਰੀਕਾ ਲੱਗਦਾ ਸੀ ਜਦੋਂ ਤੁਹਾਡੇ ਕੋਲੇ ਗਰੁੱਪਡ ਡਾਟਾ ਨਹੀਂ ਹੁੰਦਾ ਸੀ, ਮਤਲਬ ਵਰਗ ਅੰਤਰਾਲ ਨਹੀਂ ਹੁੰਦੇ ਸੀ। ਹੁਣ ਜਦੋਂ ਤੁਹਾਡੇ ਕੋਲ ਵਰਗ ਅੰਤਰਾਲ ਨੇ, ਮੀਨਜ਼ 0 ਤੋਂ 10, 10 ਤੋਂ 20, 20 ਤੋਂ 30, ਇੱਦਾਂ ਤੁਹਾਨੂੰ ਵਰਗ ਅੰਤਰਾਲ ਦਿੱਤੇ ਹੋਏ ਨੇ ਅਤੇ ਉਹਨਾਂ ਦੀ ਫਰੀਕੁਐਂਸੀ ਦਿੱਤੀ ਹੋਈ ਹੈ ਵੀ ਇਹਦੇ ਵਿੱਚ 5 ਨੇ, ਇਹਦੇ 'ਚ 10 ਨੇ, ਇਹਦੇ 'ਚ 7 ਨੇ। ਠੀਕ ਹੈ, ਤਾਂ ਗਿਣਤੀ ਇੱਦਾਂ ਦਿੱਤੀ ਹੋਈ ਹੈ, ਤਾਂ ਆਪਾਂ ਬਿਨਾਂ ਦੇਖੇ, ਬਿਨਾਂ ਇਹਨੂੰ ਸੋਲਵ ਕੀਤੇ ਨਹੀਂ ਦੱਸ ਸਕਦੇ ਕਿ ਇਹਦੇ ਵਿੱਚ ਮੋਡ ਕੀ ਹੋਊਗਾ। ਹਾਂ, ਇੰਨਾ ਦੱਸ ਸਕਦੇ ਹਾਂ ਕਿ ਜਿਹੜੀ ਫਰੀਕੁਐਂਸੀ ਹੈ ਸਭ ਤੋਂ ਜ਼ਿਆਦਾ ਕਿਹੜੇ ਵਰਗ ਅੰਤਰਾਲ ਦੇ ਵਿੱਚ ਹੈ, 10 ਤੋਂ 20 ਦੇ ਵਿੱਚ। ਤਾਂ ਇਹਦਾ ਮਤਲਬ ਆਪਣਾ ਜਿਹੜਾ ਬਹੁਲਕ ਆਏਗਾ, ਮੋਡ ਆਏਗਾ, ਉਹ 10 ਤੋਂ 20 ਦੇ ਵਿੱਚ ਹੀ ਕੋਈ ਸੰਖਿਆ ਹੋਊਗੀ। ਪਰ ਹੁਣ ਇਹਨੂੰ ਆਪਾਂ ਫਾਈਂਡ ਕਿਵੇਂ ਕਰਨਾ ਹੈ, ਉਹਦੇ ਲਈ ਹੈਗਾ ਬੇਟਾ ਜੀ ਇੱਕ ਮੈਥਡ, ਫਾਰਮੂਲਾ। ਤਾਂ ਸਭ ਤੋਂ ਪਹਿਲਾਂ ਫਾਰਮੂਲੇ 'ਤੇ ਧਿਆਨ ਦਿਓ। ਮੋਡ, ਜਿਹਨੂੰ ਕਿ ਆਪਾਂ ਡਿਨੋਟ ਕਰਦੇ ਹਾਂ Z ਨਾਲ। ਠੀਕ ਹੈ, ਤਾਂ ਇਹ ਕਿਹਦੇ ਇਕੁਅਲ ਹੁੰਦਾ ਹੈ, L ਪਲੱਸ F1 ਮਾਈਨਸ F0 ਬਟੇ ਦੇ ਵਿੱਚ 2F1 ਮਾਈਨਸ F0 ਮਾਈਨਸ F2 ਗੁਣਾ I। ਹੁਣ ਇੱਥੇ ਜਿਹੜਾ ਮੈਂ I ਲਿਖਿਆ ਉਹਦੀ ਥਾਂ 'ਤੇ ਕਈ ਵਾਰੀ ਸਮੋਲ h ਵੀ ਪਾਇਆ ਹੁੰਦਾ, ਇੱਥੇ ਸਮੋਲ h ਵੀ ਹੋ ਸਕਦਾ, ਸਮੋਲ c ਵੀ ਹੋ ਸਕਦਾ, ਕਿਉਂਕਿ ਇਹ ਸਾਰੇ ਹੀ ਕਿਹਨੂੰ ਡਿਨੋਟ ਕਰਦੇ ਨੇ, ਤੁਹਾਡੇ ਵਰਗ ਅੰਤਰਾਲ ਦੇ ਵਿੱਚ, ਮੋਡ ਕਲਾਸ ਦੇ ਵਿੱਚ ਕਿੰਨਾ ਡਿਫਰੈਂਸ ਹੈ। ਠੀਕ ਹੈ, ਤਾਂ ਹੁਣ ਇੱਥੇ L ਕੀ ਹੈ ਬੇਟਾ, ਲੋਅਰ ਲਿਮਿਟ, ਹੇਠਲੀ ਸੀਮਾ। ਜਿਹੜਾ ਤੁਸੀਂ ਮੋਡ ਕਲਾਸ ਚੁਣੋਗੇ ਉਸਦੀ ਹੇਠਲੀ ਸੀਮਾ। ਤੇ H ਕੀ ਹੁੰਦਾ ਹੈ, ਸਾਈਜ਼ ਆਫ ਕਲਾਸ ਇੰਟਰਵਲ, ਜਿਹੜਾ ਤੁਹਾਡਾ ਵਰਗ ਅੰਤਰਾਲ ਹੈ ਉਹਦਾ ਸਾਈਜ਼। ਠੀਕ ਹੈ, ਤੇ ਜਿਹੜਾ ਇਹ F1 ਹੈ, F1 ਹੁੰਦਾ ਹੈ ਫਰੀਕੁਐਂਸੀ ਆਫ ਮੋਡਲ ਕਲਾਸ। ਮਤਲਬ ਬਹੁਲਕ ਵਰਗ ਅੰਤਰਾਲ ਜਿਹੜਾ ਤੁਸੀਂ ਚੁਣੋਗੇ, ਬਹੁਲਕ ਵਰਗ ਅੰਤਰਾਲ ਦੀ ਬਾਰੰਬਾਰਤਾ। ਠੀਕ ਹੈ, F0 ਕੀ ਹੁੰਦਾ ਹੈ, ਇਸ ਮੋਡ ਕਲਾਸ ਜਿਹੜੀ ਤੁਸੀਂ ਚੁਣਿਆ ਸੀ ਫਰੀਕੁਐਂਸੀ, ਉਸ ਤੋਂ ਪਹਿਲਾਂ ਵਾਲੀ। ਤੇ F2 ਕਿਹੜੀ ਫਰੀਕੁਐਂਸੀ ਹੁੰਦੀ ਹੈ, ਇਸ ਮੋਡ ਕਲਾਸ ਤੋਂ, ਇਸ ਫਰੀਕੁਐਂਸੀ ਤੋਂ ਬਾਅਦ ਵਾਲੀ। ਠੀਕ ਹੈ, ਇਹਦੀ ਜ਼ਿਆਦਾ ਬਿਹਤਰ ਸਮਝ ਤੁਹਾਨੂੰ ਉਦੋਂ ਆਊਗੀ ਜਦੋਂ ਆਪਾਂ ਇਹਨਾਂ ਦੇ ਕੁਐਸਚਨਸ ਨੂੰ ਸੋਲਵ ਕਰਾਂਗੇ। ਤਾਂ ਚਲੋ ਹੁਣ ਆਪਾਂ ਇਸ ਦੇ ਕੁਐਸਚਨ ਨੂੰ ਸਟਾਰਟ ਕਰਨਾ ਸ਼ੁਰੂ ਕਰਦੇ ਹਾਂ। ਦੇਖੋ ਬੇਟਾ, ਫਸਟ ਕੁਐਸਚਨ ਹੈ 14.2 ਦਾ। ਹੇਠਾਂ ਦਿੱਤੀ ਸਾਰਣੀ ਕਿਸੇ ਹਸਪਤਾਲ ਵਿੱਚ ਇੱਕ ਵਿਸ਼ੇਸ਼ ਸਾਲ ਵਿੱਚ ਭਰਤੀ ਹੋਏ ਰੋਗੀਆਂ ਦੀ ਉਮਰ ਦਰਸਾਉਂਦੀ ਹੈ। ਤਾਂ ਇੰਗਲਿਸ਼ ਮੀਡੀਅਮ ਅਤੇ ਪੰਜਾਬੀ ਮੀਡੀਅਮ ਦੇ ਵਿੱਚ ਕੋਈ ਜ਼ਿਆਦਾ ਇਹਨਾਂ ਸਟੇਟਮੈਂਟਾਂ 'ਚ ਫਰਕ ਨਹੀਂ ਹੈ ਬੇਟਾ। ਤੁਹਾਨੂੰ ਇੱਥੇ ਏਜ ਲਿਖਿਆ ਹੋਊਗਾ, ਇੱਥੇ ਤੁਹਾਨੂੰ ਲਿਖਿਆ ਹੋਊਗਾ ਨੰਬਰ ਆਫ ਪੇਸ਼ੈਂਟਸ, ਅਤੇ ਪਤਾ ਕਰਨ ਨੂੰ ਕਿਹਾ ਹੋਊਗਾ ਅੰਕੜਿਆਂ ਦਾ ਬਹੁਲਕ ਅਤੇ ਮੱਧਮਾਨ ਪਤਾ ਕਰੋ। ਆਪਾਂ ਸਿਰਫ ਇਹਦਾ ਬਹੁਲਕ ਪਤਾ ਕਰਾਂਗੇ। ਠੀਕ ਹੈ, ਕਿਉਂਕਿ ਆਪਾਂ ਪ੍ਰੈਕਟਿਸ ਕਿਸ ਦੀ ਕਰ ਰਹੇ ਹਾਂ, ਮੋਡੂਲਸ ਦੀ। ਅਤੇ ਜਦੋਂ ਆਪਾਂ ਮੱਧਮਾਨ ਕੱਢਣਾ ਸਿੱਖਾਂਗੇ ਤਾਂ ਉਦੋਂ 14.1 ਨੂੰ ਦੇਖਾਂਗੇ। ਆਪਾਂ 14.1 ਦੇ ਵਿੱਚ ਇਹ ਸਾਰੇ ਤਰੀਕੇ ਸਿੱਖਾਂਗੇ। ਹੁਣ ਇਸ 14.2 ਦੇ ਫਸਟ ਕੁਐਸਚਨ ਨੂੰ ਕਰਨਾ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਕੰਮ ਹੈ ਤੁਹਾਡਾ ਰਕਮ ਨੂੰ ਲਿਖਣਾ। ਹਾਂਜੀ ਬੇਟਾ, ਦੇਖੋ ਰਕਮ ਮੈਂ ਲਿਖ ਲਈ, ਐਕਸ ਉਮਰ ਜਿਹੜੀ ਸੀ ਉਹਨੂੰ ਐਕਸ ਮੰਨ ਲਿਆ, ਐਫ ਜਿਹੜੀ ਰੋਗੀਆਂ ਦੀ ਸੰਖਿਆ ਸੀ। ਹੁਣ ਸਭ ਤੋਂ ਪਹਿਲਾਂ ਕੰਮ ਕੀ ਹੈ ਆਪਣਾ, ਹਾਈਐਸਟ ਫਰੀਕੁਐਂਸੀ ਦੇਖਣਾ, ਜਿਹੜੀ ਕਿ ਸਾਰਿਆਂ 'ਚੋਂ ਦਿਖ ਰਹੀ ਹੈ 23। ਤਾਂ ਜਿੱਥੇ ਤੁਹਾਨੂੰ ਹਾਈਐਸਟ ਫਰੀਕੁਐਂਸੀ ਦਿਖਦੀ ਹੈ ਉਸ 'ਤੇ ਤੁਸੀਂ ਬਾਕਸ ਬਣਾ ਲਓ। ਬਾਕਸ ਬਣਾਉਣ ਦਾ ਫਾਇਦਾ, ਤੁਹਾਨੂੰ ਮੋਡਲ ਕਲਾਸ ਹੈ ਜਿਹੜੀ ਉਹ ਐਗਜ਼ੈਕਟ ਦਿਖਣ ਲੱਗ ਜੂਗੀ। ਠੀਕ ਹੈ, ਤਾਂ ਤੁਹਾਨੂੰ ਕਨਫਿਊਜ਼ਨ ਨਹੀਂ ਹੋਊਗੀ। ਜਿਹੜਾ ਤੁਸੀਂ ਇਹ ਹਾਈਐਸਟ ਫਰੀਕੁਐਂਸੀ ਚੁਣੀ ਹੈ ਇਹਨੂੰ ਕਿੰਨਾ ਲੈਣਾ ਤੁਸੀਂ, F1। ਇਸ ਤੋਂ ਪਹਿਲਾਂ ਵਾਲੀ ਨੂੰ F0,
ਇਸ ਤੋਂ ਬਾਅਦ ਵਾਲੀ ਨੂੰ F2। ਠੀਕ ਹੈ, ਦੇਖੋ ਇੰਨੀ ਗੱਲ ਕਲੀਅਰ ਹੋ ਗਈ। ਸਭ ਤੋਂ ਪਹਿਲਾਂ ਕੀ ਕਰਨਾ ਬੇਟਾ, ਸਭ ਤੋਂ ਜ਼ਿਆਦਾ ਜਿਹਦੀ ਫਰੀਕੁਐਂਸੀ ਹੈ, ਬਾਰੰਬਾਰਤਾ ਹੈ, ਉਸ ਨੂੰ ਚੁਣ ਕੇ ਉਹਦੇ ਉੱਪਰ ਬਾਕਸ ਲਗਾ ਲੈਣਾ। ਕਲੀਅਰ ਹੋ ਗਿਆ। ਤੇ ਫਿਰ ਉਸ ਨੂੰ F0 F1 F2 ਇੱਦਾਂ ਫਰੀਕੁਐਂਸੀਜ਼ ਦੇ ਨਾਮ ਦੇ ਦੇਣੇ ਆ। ਠੀਕ ਹੈ ਜੀ। ਹੁਣ ਨੈਕਸਟ ਕੰਮ ਆਪਣਾ ਕੀ ਹੈ, ਇੱਥੇ ਲਿਖਾਂਗੇ ਬਹੁਲਕ ਵਰਗ ਅੰਤਰਾਲ ਜਿਹੜਾ ਤੁਸੀਂ ਲੱਭਿਆ। ਬਹੁਲਕ ਵਰਗ ਅੰਤਰਾਲ ਕਿਹੜਾ ਲੱਭ ਲਿਆ ਬੇਟਾ, 35 ਤੋਂ 45। ਕਿਉਂ ਲੱਭਿਆ ਇਹ, ਕਿਉਂਕਿ ਇਸ ਦੀ ਬਾਰੰਬਾਰਤਾ ਸਭ ਤੋਂ ਜ਼ਿਆਦਾ ਹੈ। ਇਹ ਲਿਖਣਾ, ਕਿਉਂਕਿ ਇਸ ਦੀ ਬਾਰੰਬਾਰਤਾ ਸਭ ਤੋਂ ਜ਼ਿਆਦਾ ਹੈ। ਇੰਗਲਿਸ਼ 'ਚ ਕੀ ਲਿਖੋਗੇ, ਮੋਡ ਕਲਾਸ ਇੰਟਰਵਲ ਜਾਂ ਮॉडल क्लास। ठीक है, एवं लिख लो, मॉडल क्लास इज 35 to 45 because it has the highest frequency। ठीक है बेटा, इन्ना समझ आ गया। ਹੁਣ ਜਦੋਂ ਆਪਾਂ ਇਹ मॉडल क्लास चुन ली ਤਾਂ ਇਹਦੇ ਵਿੱਚੋਂ ਲੋਅਰ ਲਿਮਿਟ ਕਿਹੜੀ ਹੈ, ਹੇਠਲੀ ਸੀਮਾ ਕਿਹੜੀ ਹੈ, 35। ਦੇਖੋ 35 ਤੋਂ 45 ਸੀ ਨਾ, ਇੱਧਰ ਲੈਫਟ ਵਾਲੇ ਨੂੰ ਆਪਾਂ ਕਹਿੰਦੇ ਹੁੰਦੇ ਆ ਲੋਅਰ ਲਿਮਿਟ, ਰਾਈਟ ਵਾਲੇ ਨੂੰ ਕਹਿੰਦੇ ਹੁੰਦੇ ਆ ਅਪਰ ਲਿਮਿਟ। ਹੇਠਲੀ ਸੀਮਾ, ਉੱਪਰਲੀ ਸੀਮਾ। ਤੁਹਾਨੂੰ L ਪਤਾ ਲੱਗ ਗਿਆ ਕਿੰਨਾ, F1 F0 ਤੇ F2। ਇਹਨੂੰ ਰਕਮ 'ਚੋਂ ਦੇਖ ਕੇ ਲਿਖ ਲਓ। F1 ਕਿੰਨਾ ਬੇਟਾ 23, F0 ਹੈਗਾ 21 ਤੇ F2 ਵੀ ਆਪਾਂ ਦੇਖ ਲੈਂਦੇ ਹਾਂ। F2 ਹੈਗਾ ਬੱਚੇ 14। ਤਾਂ ਜਿਹੜਾ ਵਰਗ ਅੰਤਰਾਲ ਹੈ ਉਹ ਕਿੰਨਾ, ਦੇਖੋ 35 ਤੋਂ 45। ਇਹਦਾ ਮਤਲਬ ਇਹਦੇ ਵਿੱਚ ਫਰਕ ਕਿੰਨਾ ਹੈ, H ਕਿੰਨਾ ਹੈ ਤੁਹਾਡਾ 10। H ਕਹਿ ਲਓ, ਚਾਹੇ I ਕਹਿ ਲਓ, ਚਾਹੇ C ਕਹਿ ਲਓ। ਠੀਕ ਹੈ, ਮੈਂ ਜ਼ਿਆਦਾਤਰ ਇਹਨੂੰ I ਕਹਿੰਦੀ ਹੁੰਦੀ ਹਾਂ। ਠੀਕ ਹੈ, ਤਾਂ ਹੁਣ ਲਿਖਣਾ ਤੁਸੀਂ ਇਸ ਤੋਂ ਬਾਅਦ ਫਾਰਮੂਲਾ ਹੋਊਗਾ L ਪਲੱਸ, ਪਹਿਲਾਂ ਫਾਰਮੂਲਾ ਪੂਰਾ ਲਿਖਣਾ ਜ਼ਰੂਰੀ ਹੈ, ਇਹਦੇ ਵੀ ਪੇਪਰ ਦੇ ਵਿੱਚ ਬੱਚੇ ਮਾਰਕਸ ਹੁੰਦੇ ਨੇ। ਠੀਕ ਹੈ, ਪੂਰਾ ਫਾਰਮੂਲਾ ਲਿਖ ਲਿਆ। ਹੁਣ ਇਹਦੀਆਂ ਵੈਲਿਊਜ਼ ਭਰਾਂਗੇ। L ਦੀ ਵੈਲਿਊ 35, F1 ਦੀ 23, F0 ਦੀ 21, ਓਵਰ ਦੇ ਵਿੱਚ 2 × 23 -21 -14 ਤੇ ਫਰਕ ਕਿੰਨਾ ਇਹਨਾਂ ਦੇ ਵਿੱਚ 10 ਦਾ। ਦੇਖੋ ਗੱਲ ਕਲੀਅਰ ਹੋਈ, ਇੱਥੇ ਤੱਕ ਤਾਂ ਸੌਖਾ ਹੀ ਚੱਲ ਰਿਹਾ ਨਾ ਸਮ। ਹੁਣ ਆਪਾਂ ਇਹਨੂੰ ਬਸ ਸੋਲਵ ਕਰ ਲੈਣਾ। 23 ਦੇ ਵਿੱਚੋਂ 21 ਘਟਾਵਾਂਗੇ 2। ਹੁਣ ਇੱਥੇ 23 ਨੂੰ 2 ਨਾਲ ਗੁਣਾ ਹੋ ਰਹੀ ਹੈ ਤੇ 23 ਦੂਣਾ 46। ਠੀਕ ਹੈ, -21 -14 ਗੁਣਾ 10। ਹੁਣ ਜਿਹੜਾ ਇਹਨੂੰ ਸੋਲਵ ਕਰਨਾ ਹੈ, ਇਹ ਤੁਹਾਡੇ ਆਪਣਾ ਮਾਈਂਡ ਸੈੱਟ ਹੈ ਕਿ ਇਹਨੂੰ ਕਿਵੇਂ ਸੋਲਵ ਕਰੋਗੇ। ਪਰ ਮੈਂ ਇਹਨੂੰ ਕਿਵੇਂ ਸੋਲਵ ਕਰਦੀ ਹੁੰਦੀ ਹਾਂ ਤੁਹਾਨੂੰ ਸੌਖੇ ਤਰੀਕੇ ਨਾਲ ਦੱਸਦੀ ਹਾਂ। 46 ਦੇ ਵਿੱਚੋਂ ਆਪਾਂ ਮਾਈਨਸ ਕਰੋ ਇਹਨਾਂ ਦੋਨਾਂ ਦਾ ਜੋੜ, ਕਿਉਂਕਿ ਦੋਨਾਂ ਦੇ ਅੱਗੇ ਕਾਹਦਾ ਸਾਈਨ ਹੈ, ਮਾਈਨਸ ਦਾ, ਤਾਂ ਇਹਨਾਂ ਨੇ ਪਲੱਸ ਹੀ ਹੋਣਾ। 21 ਦੇ ਵਿੱਚ 14 ਜੋੜੋ, ਕਿੰਨੇ ਬਣ ਗਏ ਇਹ 35, ਗੁਣਾ ਕਿੰਨਾ ਆਊਗਾ ਉਰੇ 10। ਜੇ ਤੁਸੀਂ ਇਹਨੂੰ ਹੋਰ ਤਰ੍ਹਾਂ ਨਾਲ ਕਰਨਾ ਚਾਹੋ ਤਾਂ ਤੁਸੀਂ ਪਹਿਲਾਂ 46 ਦੇ ਵਿੱਚੋਂ 21 ਘਟਾਓਗੇ, ਫਿਰ ਜਿਹੜਾ ਆਨਸਰ ਆ ਗਿਆ ਫਿਰ ਉਹਦੇ ਵਿੱਚੋਂ ਤੁਸੀਂ ਅਗਲਾ 14 ਘਟਾ ਦੋਗੇ। ਠੀਕ ਹੈ, ਫਿਰ ਵੀ ਬੱਚੇ ਇੰਨਾ ਹੀ ਆਨਸਰ ਆਊਗਾ ਜਿਹੜਾ ਇਹਨਾਂ ਨੂੰ ਘਟਾ ਕੇ ਬਣਨਾ। ਦੇਖ ਲਓ, ਇਹਨਾਂ ਨੂੰ ਘਟਾਓਗੇ ਕਿੰਨਾ ਆ ਗਿਆ 11। ਤੁਸੀਂ 46 ਦੇ ਵਿੱਚੋਂ 35 ਘਟਾ ਲਓਗੇ, ਉਹ ਵੀ ਕਿੰਨਾ ਆਊਗਾ 11। ਠੀਕ ਹੈ, ਤਾਂ ਤੁਸੀਂ ਜਿਵੇਂ ਤੁਹਾਨੂੰ ਸਹੀ ਲੱਗਦਾ ਉਸ ਤਰ੍ਹਾਂ ਨਾਲ ਇਹਨੂੰ ਸੋਲਵ ਕਰ ਲਓ। ਹੁਣ ਦੇਖੋ 2 ਨੂੰ 10 ਨਾਲ ਗੁਣਾ ਕੀਤੀ 20/11। ਹੁਣ ਇੱਥੇ ਐਲਸੀਐਮ ਵਗੈਰਾ ਲੈਣ ਨਹੀਂ ਲੱਗ ਜਾਣਾ, ਨਹੀਂ ਤਾਂ ਆਪਣਾ ਪੁਆਇੰਟਾਂ ਦੇ ਵਿੱਚ ਜਿਹੜਾ ਆਨਸਰ ਆਉਣਾ ਉਹਦੇ 'ਚ ਫਰਕ ਪੈ ਜਾਂਦਾ। 35 ਪਲੱਸ ਜਿਹੜਾ ਐਂ ਰੱਖੋ 20/11। ਇਹਦਾ ਮਤਲਬ ਕੀ ਹੈ, 20 ਨੂੰ ਆਪਾਂ 11 ਦੇ ਨਾਲ ਭਾਗ ਕਰਨਾ। ਤਾਂ ਭਾਗ ਕਰੋ, ਦੇਖੋ 11 ਏਕਮ 11, ਘਟਾ ਕੇ ਆਇਆ 9। ਹੁਣ ਇਹ ਜਾਂਦਾ ਨਹੀਂ ਗਾ, ਦਸ਼ਮਲਵ ਲਾਓ, 0 ਉਤਾਰੋ। ਹੁਣ ਇਹ ਕਿੰਨੇ 'ਤੇ ਜਾਊਗਾ 8 'ਤੇ। 11 8 88। 2 ਕਿਉਂਕਿ ਆਪਾਂ ਪੁਆਇੰਟ ਲਗਾ ਚੁੱਕੇ ਹਾਂ ਤਾਂ 0 ਉਤਾਰ ਸਕਦੇ ਹਾਂ, ਫਿਰ ਕਿੰਨੇ 'ਤੇ ਜਾਊਗਾ 11 'ਤੇ। ਇਹਦਾ ਮਤਲਬ ਇਹ ਇੱਦਾਂ ਹੀ ਚੱਲਦਾ ਰਹੂਗਾ। ਆਪਾਂ ਡੈਸੀਮਲ ਤੋਂ ਬਾਅਦ 2 ਅੱਖਰਾਂ ਤੱਕ ਡਿਵਾਈਡ ਕਰੋ, ਉਸ ਤੋਂ ਬਾਅਦ ਚਾਹੇ ਉਹ ਚੱਲੀ ਜਾ ਰਹੀ ਹੈ ਡਿਵਾਈਡ, ਨੂੰ ਉੱਥੇ ਛੱਡ ਦਿਓ, ਉਹਦੇ 'ਤੇ ਧਿਆਨ ਦੇਣ ਦੀ ਜ਼ਰੂਰਤ ਨਹੀਂ। ਠੀਕ ਹੈ, ਡੈਸੀਮਲ ਤੋਂ ਬਾਅਦ ਆਪਣੇ ਕੋਲੇ 2 ਡਿਜਿਟ ਜਦੋਂ ਆ ਗਏ
ਤਾਂ ਬਸ ਆਪਾਂ ਉੱਥੇ ਖ਼ਤਮ ਕਰ ਦੇਣਾ। ਠੀਕ, ਹੁਣ 35 ਦੇ ਵਿੱਚ ਆਪਾਂ ਇਹਨੂੰ ਜੋੜਨਾ, ਤਾਂ ਡੈਸੀਮਲ ਦੇਖ ਕੇ ਵੈਸੇ ਹੀ ਡਰ ਜਾਂਦੇ ਆ ਵੀ ਇਹਨੂੰ ਕਿਵੇਂ ਜੋੜਾਂਗੇ। ਨਹੀਂ ਬੱਚੇ, ਜਦੋਂ ਪਲੱਸ ਹੁੰਦਾ ਤਾਂ ਪੂਰੇ ਦੇ ਵਿੱਚ ਪੂਰਾ ਅੱਖਰ ਜੋੜ ਦਿਆ ਕਰੋ। ਠੀਕ ਹੈ, ਗਲਤੀ ਹੁੰਦੀ ਹੋਈ ਨਹੀਂ। 35 ਦੇ ਵਿੱਚ 1 ਜੋੜੇ 36.81 ਉਵੇਂ ਆ ਜਾਊਗਾ। ਕਲੀਅਰ ਹੋਈ ਗੱਲ। ਵੈਸੇ ਜੇ ਆਪਾਂ ਮੈਥਮੈਟਿਕਲੀ ਦੇਖੀਏ ਤਾਂ ਤੁਹਾਨੂੰ ਤੁੱਕਾ ਦੱਸਿਆ ਸੀ, ਤਾਂ 35 ਦੇ ਨਾਲ ਤਾਂ ਪੁਆਇੰਟ ਹੈ ਨਹੀਂ, ਆਪਾਂ ਨੂੰ ਜ਼ੀਰੋਆਂ ਪਾਉਣੀਆਂ ਪੈਣਗੀਆਂ। ਪੁਆਇੰਟ ਨੀਚੇ ਪੁਆਇੰਟ ਰੱਖਣਾ ਪਊਗਾ। ਹੁਣ ਜਦੋਂ ਇਹਨੂੰ ਐਵੇਂ ਜੋੜੋਗੇ ਆਊਗਾ ਤਾਂ ਇਹ ਇੰਨਾ ਹੀ 36.81। ਤਾਂ ਵੈਸੇ ਵੀ ਜੋੜ ਕਰਨ ਲੱਗੇ ਬਸ ਦੇਖ ਲਿਆ ਕਰੋ, ਪੁਆਇੰਟ ਤੋਂ ਪਹਿਲਾਂ ਵਾਲਾ ਅੱਖਰ ਜੋੜ ਦਿਓ, ਪਿਛਲਾ ਉਵੇਂ ਹੀ ਲਿਖਿਆ ਜਾਂਦਾ। ਤਾਂ ਆਪਣਾ ਜਿਹੜਾ ਮੋਡ ਸੀ ਉਹ ਕਿੰਨਾ ਆ ਗਿਆ 36.81, 36.81। ਬਹੁਤ ਸੌਖਾ ਤਰੀਕਾ ਹੈ ਬੇਟਾ, ਈਜ਼ੀਲੀ ਸਮ ਸੋਲਵ ਹੋ ਜਾਂਦੇ ਨੇ, ਅਤੇ 6 ਨੰਬਰ ਦਾ ਇਹ ਤੁਹਾਨੂੰ ਜਿਹੜਾ ਪੇਪਰ ਦੇ ਵਿੱਚ ਆਉਣਾ। ਠੀਕ ਹੈ ਜੀ, ਨੈਕਸਟ ਸਮ ਕਰਦੇ ਹਾਂ ਸੈਕਿੰਡ ਇਹਦਾ। ਹਾਂਜੀ, ਸੈਕਿੰਡ ਦੀ ਰਕਮ ਦੇਖੋ ਬੇਟਾ, ਇਹਨਾਂ ਨੇ ਦਿੱਤਾ ਹੈ 225 ਬਿਜਲੀ ਉਪਕਰਨਾਂ ਦਾ ਜੀਵਨ ਕਾਲ ਘੰਟਿਆਂ ਵਿੱਚ। ਠੀਕ ਹੈ, ਉਪਕਰਨਾਂ ਦਾ ਬੌਲਕ ਜੀਵਨ ਕਾਲ ਪਤਾ ਕਰੋ। ਇੰਗਲਿਸ਼ ਮੀਡੀਅਮ ਦੇ ਵਿੱਚ ਲਿਖਿਆ ਹੋਊਗਾ ਕਿ ਜਿਹੜਾ ਇਹਨਾਂ ਦਾ ਮਾਡਲ ਲਾਈਫ ਟਾਈਮ ਕੱਢੋ ਇਹਨਾਂ ਕੰਪੋਨੈਂਟਸ ਦਾ। ਠੀਕ ਹੈ, ਤਾਂ ਆਪਾਂ ਉਸੇ ਤਰੀਕੇ ਨਾਲ ਰਕਮ ਇਹਦੀ ਜਿਹੜੀ ਹੈ ਉਹ ਲਿਖ ਲਿੱਤੀ। ਠੀਕ, ਹੁਣ ਪਹਿਲਾ ਕੰਮ ਕੀ ਹੈ ਬੇਟਾ, ਸਭ ਤੋਂ ਜ਼ਿਆਦਾ ਫਰੀਕੁਐਂਸੀ ਵਾਲੀ ਵਰਗ ਅੰਤਰਾਲ ਨੂੰ ਪਤਾ ਕਰਨਾ। ਤਾਂ ਸਭ ਤੋਂ ਜ਼ਿਆਦਾ ਗਿਣਤੀ ਕਿਹਦੇ 'ਚ ਦਿਖ ਰਹੀ ਹੈ 61। ਤਾਂ ਇਸ 'ਤੇ ਆਪਾਂ ਨੇ ਇੱਦਾਂ ਬਾਕਸ ਬਣਾ ਦੇਣਾ। ਨਾਲ ਦੀ ਨਾਲ ਉਰੇ ਕੀ ਲਿਖ ਦੇਣਾ F1, ਉੱਪਰ ਵਾਲੇ 'ਤੇ F0, ਹੇਠਾਂ ਵਾਲੇ 'ਤੇ F2। ਇੰਨਾ ਕੰਮ ਤੁਸੀਂ ਕਰ ਲਿਆ, ਇਹਦਾ ਮਤਲਬ ਅੱਧੇ ਤੋਂ ਵੱਧ ਸਮ ਸੋਲਵ ਹੋ ਗਿਆ। ਫਿਰ ਤਾਂ ਤੁਸੀਂ ਫਾਰਮੂਲੇ ਦੇ ਵਿੱਚ ਸਿਰਫ ਡਾਟਾ ਭਰਨਾ ਹੀ ਹੈ ਇਹ, ਹੈ ਨਾ। ਹੁਣ ਇੱਥੇ ਕੀ ਲਿਖੋਗੇ, ਮਾਡਲ ਕਲਾਸ ਬਹੁਲਕ ਵਰਗ ਅੰਤਰਾਲ ਕਿਹੜਾ ਲੱਭ ਲਿਆ 60 ਤੋਂ 80। ਤੇ ਇਹਦੇ ਵਿੱਚ ਆਪਣੇ ਕੋਲੇ L ਲੋਅਰ ਲਿਮਿਟ ਕਿੰਨੀ ਆ ਗਈ 60। ਨਾਲ ਦੀ ਨਾਲ ਕੀ ਲਿਖ ਲਿਆ ਕਰੋ, ਤੁਹਾਡੇ ਕੋਲ ਹੋਰ ਜਿਹੜੀਆਂ ਵੈਲਿਊਜ਼ ਨੇ ਜਿਹੜੀਆਂ ਫਾਰਮੂਲੇ ਦੇ ਵਿੱਚ ਭਰਨੀਆਂ ਨੇ। F1 ਕਿੰਨੀ ਹੈ 61, F0 ਕਿੰਨੀ ਹੈ 52, ਤੇ F2 ਕਿੰਨੀ ਆਈ ਹੈ ਆਪਣੇ ਕੋਲੇ 38। ਤੇ ਜਿਹੜੀ ਤੁਹਾਡੀ ਆਈ ਹੈ ਮਤਲਬ ਵਰਗ ਅੰਤਰਾਲ ਦੇ ਵਿੱਚ ਫਰਕ ਦੇਖੋ 60 ਤੋਂ 80 ਹੋ ਰਿਹਾ ਹੈ, ਤਾਂ ਇਹਦਾ ਮਤਲਬ ਕਿੰਨੇ ਦਾ ਫਰਕ ਹੈ ਬੇਟਾ 20 ਦਾ। ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਫਾਰਮੂਲਾ ਇੱਕ ਇੱਥੇ ਰੀਜ਼ਨ ਵੀ ਲਿਖ ਦਿਓ ਹੈ ਨਾ, ਵੀ ਕਿਉਂ ਇਹ ਚੁਣਿਆ ਤੁਸੀਂ, ਕਿਉਂਕਿ ਇਸ ਦੀ ਜਿਹੜੀ ਫਰੀਕੁਐਂਸੀ ਆ ਉਹ ਸਭ ਤੋਂ ਜ਼ਿਆਦਾ ਹੈ। ਫਾਰਮੂਲਾ ਜਿੰਨੀ ਵਾਰ ਬੱਚੇ ਲਿਖੋਗੇ ਹੈ ਨਾ, ਲਿਖ ਕੇ ਦੇਖੋਗੇ, ਪ੍ਰੈਕਟਿਸ ਕਰੋਗੇ, ਤੁਹਾਨੂੰ ਓਨੀ ਜਲਦੀ ਇਹ ਯਾਦ ਹੋ ਜਾਊਗਾ। ਜੇ ਆਪਾਂ ਐਂ ਬੈਠੇ ਰਹੇ ਵੀ ਪੇਪਰਾਂ ਦੇ ਨੇੜੇ ਦੇਖ ਲਾਂਗੇ ਫੇਰ ਨਹੀਂ ਇਹ ਤਿਆਰ ਹੋਣਾ। ਦੇਖੋ L ਦੀ ਵੈਲਿਊ ਭਰਤੀ, F1 ਦੀ ਵੈਲਿਊ ਭਰਤੀ, F0 ਦੀ, ਓਵਰ ਦੇ ਵਿੱਚ ਸਾਰੀਆਂ ਵੈਲਿਊਜ਼ ਭਰ ਦਿਓ ਕਿਉਂਕਿ ਲਿਖੀਆਂ ਹੋਈਆਂ ਦੇਖੋ ਤੁਸੀਂ ਅਲੱਗ ਕੱਢ ਕੇ। ਚਲੋ ਸਾਰੀਆਂ ਵੈਲਿਊਜ਼ ਭਰਤੀਆਂ, ਹੁਣ ਆਪਾਂ ਇਹਨੂੰ ਸੋਲਵ ਕਰਨਾ। 61 ਦੇ ਵਿੱਚੋਂ ਜਦੋਂ 52 ਘਟਾਉਂਗੀ ਤਾਂ ਕਿੰਨਾ ਆਊਗਾ 9। ਹੁਣ ਇੱਥੇ 61 ਨੂੰ 2 ਨਾਲ ਗੁਣਾ ਕਰੋ 122 ਹੈ ਨਾ, ਤੇ ਇਹਨਾਂ ਦੋਨਾਂ ਨੂੰ ਨਾਲ ਦੀ ਨਾਲ ਜੋੜ ਲਿਆ ਕਰੋ। 38 ਤੇ 52 ਕਿੰਨੇ ਹੋ ਗਏ, 8 ਤੇ 2 10 ਹਾਸਲ 1, 5 3 8 ਤੇ 1 9, ਤਾਂ ਇਹ ਹੋ ਗਏ 90। ਹੁਣ ਅਗਲਾ ਜਿਹੜਾ ਸਟੈਪ ਹੈ ਇਹਨੂੰ ਘਟਾਵਾਂਗੇ ਆਪਾਂ 120 ਦੇ ਵਿੱਚੋਂ 122 ਚੋਂ 122 ਦੇ ਵਿੱਚੋਂ 90 ਘਟਾਵਾਂਗੇ। ਦੇਖੋ 2, 12 ਚੋਂ 9 ਗਏ 3, ਇੱਥੇ ਆ ਜਾਊਗਾ ਆਪਣੇ ਕੋਲੇ 32 ਗੁਣਾ 20। ਹੁਣ ਇਸ ਤੋਂ ਬਾਅਦ ਥੋੜ੍ਹਾ ਜਿਹਾ ਇਹ ਕੱਟ ਰਿਹਾ 20 ਤੇ 32 4 ਦੇ ਪਹਾੜੇ 'ਤੇ ਘਟਾ ਲਓ, 4 5 20 ਤੇ 8 ਚੌਕਾ 32। ਕੀ ਬਚ ਗਿਆ ਦੇਖੋ 9 ਤੇ 5, ਹੁਣ ਇਹਨੂੰ 9 5 45 ਕਰਾਂਗੇ ਆਪਾਂ, ਗੁਣਾ ਕਰਾਂਗੇ, ਬਟੇ 'ਚ ਕਿੰਨਾ 8। ਤਾਂ ਕੋਈ ਬਟਰਫਲਾਈ ਮੈਥਡ ਨਹੀਂ ਲਗਾਉਣਾ, ਕੋਈ ਜੋੜ ਨਹੀਂ ਕਰਨਾ, ਇੱਥੇ ਸਿਰਫ ਪਹਿਲਾਂ ਭਾਗ ਕਰਨੀ ਹੈ। 8 ਬਾਹਰ ਰੱਖ ਲਿਆ, 45 ਅੰਦਰ ਰੱਖ ਲਿਆ, ਦੇਖੋ ਕਿੰਨੇ ਤੇ ਜਾਊਗਾ 8 5 40, ਕਿੰਨਾ ਆ ਗਿਆ ਘਟਾ ਕੇ 5, ਪੁਆਇੰਟ ਲੱਗ ਗਿਆ, 0 ਤਾਰ ਲਈ। ਹੁਣ ਕਿੰਨੇ ਤੇ ਜਾਊਗਾ 8 6 48, 2 ਬਚ ਗਿਆ ਹੈ ਨਾ, ਫਿਰ 0 ਲਗਾ ਸਕਦੇ ਹਾਂ। 8 ਦੂਣਾ 16, 4 ਘਟਾਵਾਂਗੇ, ਘਟਾ ਕੇ 4 ਆ ਗਿਆ, 0 ਤਾਰ ਲਈ, ਤਾਂ 8 5 40, ਇਹ ਆ ਜਾਊਗਾ 5.625।
ਫਿਰ ਪਲੱਸ ਹੀ ਹੋ ਰਿਹਾ ਹੈ, ਪੂਰੇ ਦੇ ਵਿੱਚ ਪੂਰਾ ਜੋੜ ਦਿਓ ਬਸ। 60 'ਚ 5 ਜੋੜੇ 65, ਤਾਂ 65.625 ਇਹ ਤੁਹਾਡਾ ਹੋ ਜਾਏਗਾ ਬੱਚੇ ਮੋਡ ਸੈਕਿੰਡ ਕੁਐਸਚਨ ਦਾ। ਠੀਕ ਹੈ ਬੇਟਾ, ਸਾਰਾ ਸਮਝ ਆ ਗਿਆ? ਧਿਆਨ ਨਾਲ ਦੇਖ ਲਓ, ਫਿਰ ਕੋਈ ਨਾ ਗੱਲ ਪਤਾ ਲੱਗੀ ਹੋਵੇ ਵੀਡੀਓ ਨੂੰ ਬੈਕ ਕਰਕੇ ਥੋੜ੍ਹਾ ਜਿਹਾ ਹੈ ਨਾ 10 ਸਕਿੰਟ 20 ਸਕਿੰਟ ਪਿੱਛੇ ਜਾ ਕੇ ਫਿਰ ਦੁਬਾਰੇ ਦੇਖ ਲਿਆ ਕਰੋ ਜੇ ਨਹੀਂ ਪਤਾ ਲੱਗ ਰਿਹਾ। ਇਹਨੂੰ ਸਮਝ ਨੂੰ ਜਿੰਨਾ ਸੋਲਵ ਕਰਨ ਦੀ ਕੋਸ਼ਿਸ਼ ਕਰੋਗੇ ਬੇਟਾ, ਜਿੰਨਾ ਤੁਸੀਂ ਆਪਣੀ ਕਾਪੀ 'ਤੇ ਖੁਦ ਲਿਖੋਗੇ, ਪ੍ਰੈਕਟਿਸ ਓਨੀ ਹੀ ਹੋਈ ਜਾਣੀ ਹੈ। ਚਲੋ ਆਪਾਂ ਹੁਣ ਮੂਵ ਕਰਦੇ ਹਾਂ ਆਪਣੇ ਥਰਡ ਸਮ 'ਤੇ। ਹਾਂਜੀ ਬੇਟਾ, ਥਰਡ ਸਮ ਦੇਖੋ, ਇਹਦੇ ਵਿੱਚ ਆਪਾਂ ਨੂੰ 200 ਪਰਿਵਾਰਾਂ ਦੀ ਮਹੀਨਾਵਾਰ ਘਰੇਲੂ ਖਰਚ ਦੀ ਵੰਡ ਦਿੱਤੀ ਹੋਈ ਹੈ। ਠੀਕ ਹੈ, ਟੋਟਲ ਮੰਥਲੀ ਹਾਊਸ ਹੋਲਡ ਐਕਸਪੈਂਡੀਚਰ ਆਫ 200 ਫੈਮਲੀਜ਼। ਤੇ ਫਾਈਂਡ ਕੀ ਕਰਨਾ ਆਪਾਂ? ਮਾਡਲ ਮੰਥਲੀ ਐਕਸਪੈਂਡੀਚਰ, ਮੱਧਮਾਨ ਮਹੀਨਾਵਾਰ ਖਰਚ ਵੀ ਪਤਾ ਕਰਨਾ ਹੈ। ਠੀਕ ਹੈ, ਤੇ ਬੋਲਕ ਵੀ ਪਤਾ ਕਰਨਾ ਹੈ, ਪਰ ਆਪਾਂ ਕੀ ਕਰਾਂਗੇ, ਸਿਰਫ ਬੋਲਕ ਦੀ ਪ੍ਰੈਕਟਿਸ ਕਰ ਰਹੇ ਹਾਂ। ਠੀਕ, ਰਕਮ ਆਪਾਂ ਨੂੰ ਸਿੱਧੀ ਹੋਈ ਲਿਖ ਕੇ ਦਿੱਤੀ ਹੋਈ ਹੈ, ਇਹ ਐਕਸ ਹੈ, ਇਹ ਹੈ ਆਪਣੇ ਕੋਲੇ ਐਫ। ਸਭ ਤੋਂ ਜ਼ਿਆਦਾ ਫਰੀਕੁਐਂਸੀ, ਸਭ ਤੋਂ ਪਹਿਲਾ ਸਟੈਪ ਕਿਹੜੀ ਦਿਖ ਰਹੀ ਹੈ ਬੇਟਾ? 40। ਇਸ 'ਤੇ ਬਣਾਵਾਂਗੇ ਆਪਾਂ ਆਪਣਾ ਬਾਕਸ। ਤੇ ਇਹ ਹੋ ਗਿਆ ਆਪਣੇ ਕੋਲ F1, ਉਸ ਤੋਂ ਉੱਪਰ ਵਾਲੀ F0, ਉਸ ਤੋਂ ਨੀਚੇ ਵਾਲੀ F2। ਠੀਕ ਹੈ, ਤੇ ਲਿਖਣਾ ਸ਼ੁਰੂ ਕਰੋ ਸਮ ਨੂੰ ਕਿ ਜਿਹੜੀ ਮਾਡਲ ਕਲਾਸ ਹੈ, ਵਰਗ ਅੰਤਰਾਲ ਹੈ ਬੋਲਕ ਵਾਲਾ, ਉਹ ਲੱਭ ਗਿਆ 1500 ਤੋਂ 2000। ਨਾਲ ਦੀ ਨਾਲ ਕੀ ਲਿਖੋਗੇ? ਕਿਉਂਕਿ ਇਸ ਦੀ ਬਾਰੰਬਾਰਤਾ ਸਭ ਤੋਂ ਜ਼ਿਆਦਾ ਹੈ। ਤੇ ਨਾਲ ਦੀ ਨਾਲ ਲਿਖੋ L ਕਿੰਨੀ ਲੱਭ ਗਈ ਤੁਹਾਨੂੰ? 1500। F1 ਕਿੰਨੀ ਹੈ? 40। F0 ਕਿੰਨੀ ਹੈ? 24। F2 ਕਿੰਨੀ ਹੈ? 33। ਤੇ I ਕਿੰਨੀ ਹੈ? 1500 ਤੋਂ 2000 ਤੱਕ ਗਿਆ, ਤਾਂ ਕਿੰਨਾ ਫਰਕ ਹੈ ਜੀ ਤੁਹਾਡੇ ਕੋਲੇ? 500 ਦਾ। ਠੀਕ ਹੈ, 500 ਦਾ ਅੰਤਰ ਪੈਦਾ ਕਰਕੇ ਵਰਗ ਅੰਤਰਾਲ ਲਿਖਿਆ ਗਿਆ। ਤਾਂ ਸਾਰੀ ਇਨਫੋਰਮੇਸ਼ਨ ਆਪਣੇ ਕੋਲ ਆ ਚੁੱਕੀ ਹੈ, ਇਹਨੂੰ ਫਾਰਮੂਲੇ ਦੇ ਵਿੱਚ ਪੁੱਟ ਕਰੋ। ਤਾਂ ਮੋਡ ਕੀ ਹੋ ਗਿਆ? ਪਹਿਲਾ ਫਾਰਮੂਲਾ L ਪਲੱਸ F1 ਮਾਈਨਸ F0 ਬਟੇ 2F1 ਮਾਈਨਸ F0 ਮਾਈਨਸ F2 ਗੁਣਾ I। ਤਾਂ L ਦੀ ਵੈਲਿਊ 1500, F1 40, F0 24, 2 times 40 ਮਾਈਨਸ 24 ਮਾਈਨਸ 33 ਗੁਣਾ 'ਚ ਕਿੰਨਾ ਆਉਣਾ ਜੀ? 500। ਹਾਂਜੀ, ਹੁਣ ਇਹਨੂੰ ਸੋਲਵ ਕਰਦੇ ਹਾਂ। ਪਹਿਲਾਂ 40 ਦੇ ਵਿੱਚੋਂ 24 ਘਟਾ ਲਓ। ਦੇਖੋ 10 ਚੋਂ 4 ਜਾਣਗੇ 6, 3 ਚੋਂ 2 ਜਾਣਗੇ 1। 40 ਨੂੰ 2 ਨਾਲ ਗੁਣਾ ਕਰ ਲਓ 80, ਮਾਈਨਸ 24 ਮਾਈਨਸ 33। ਹੁਣ ਅਗਲਾ ਸਟੈਪ, ਹਾਂਜੀ 80 ਦੇ ਵਿੱਚੋਂ ਪਹਿਲਾਂ 24 ਘਟਾ ਲਓ, 10 ਚੋਂ 4 ਗਏ 6, 7 ਚੋਂ 2 ਗਏ 5, ਇਸ ਚੋਂ ਫਿਰ 33 ਘਟਾ ਲਓ, 6 ਚੋਂ 3 ਗਏ 3, 5 ਚੋਂ 3 ਗਏ 2। ਠੀਕ ਹੈ, ਇੱਥੇ ਆ ਜਾਊਗਾ 23। ਹਾਂਜੀ, ਇਸ ਤੋਂ ਬਾਅਦ ਘਟਦਾ ਕੁਛ ਵੀ ਨਹੀਂ ਹੈਗਾ, 1500 ਪਲੱਸ 16 5 80। ਉੱਪਰ ਤਾਂ ਦੇਖੋ 8000 ਆਇਆ, ਬਟੇ 'ਚ 23 ਕੱਟਣਾ ਨਹੀਂ ਹੈਗਾ ਇਹਨੇ, ਅਤੇ ਇਹਦੀ ਡਿਵਾਈਡ ਵੀ ਲੰਬੀ ਹੋਣੀ ਹੈ। 23 ਆਪਾਂ ਬਾਹਰ ਰੱਖਾਂਗੇ, 8000 ਅੰਦਰ ਰੱਖਾਂਗੇ ਅਤੇ ਡਿਵਾਈਡ ਕਰਾਂਗੇ। ਹਾਂਜੀ, 23 ਦਾ ਪਹਾੜਾ ਪੜ੍ਹਨਾ ਪਊਗਾ, 23 ਦੂਣਾ 46। ਠੀਕ ਹੈ, ਇਹ ਤਾਂ ਥੋੜ੍ਹਾ ਇਹਦੇ ਲਈ। 23 ਤੀਆ 3 ਤੀਏ 9, 3 ਦੂਣੀ 6, 69। ਆਪਾਂ 23 ਚੌਕਾ ਵੀ ਕਰਕੇ ਦੇਖ ਲਈਏ, ਇਹ ਆ ਜਾਊਗਾ 92। ਤਾਂ ਇਹਦਾ ਮਤਲਬ 3 'ਤੇ ਜਾਊਗਾ, ਕਿੰਨਾ ਆ ਗਿਆ? 69। 10 ਚੋਂ 9 ਗਏ 1, 7 ਚੋਂ 6 ਗਏ 1, ਉੱਪਰੋਂ ਉਤਾਰ ਲਈ ਆਪਾਂ 0। ਤਾਂ ਇੱਥੇ ਹੁਣ ਇਹ ਜਾਊਗਾ ਬੱਚੇ 4 'ਤੇ, 92। ਘਟਾ ਲਓ, 10 ਚੋਂ 2 ਗਏ 8, 9 ਚੋਂ 9 ਗਏ 0, ਅਤੇ ਇੱਥੇ 1 ਬਚੂਗਾ। ਹਾਂਜੀ, ਤਾਂ ਇੱਥੇ ਆਪਾਂ ਘਟਾ ਰਹੇ ਹਾਂ, 10 ਚੋਂ 2 ਗਏ 8, ਇੱਥੇ ਆ ਜਾਊਗਾ 1 18, ਉੱਪਰੋਂ 1 0 ਤਾਰ ਚੁੱਕੇ ਸੀ ਆਪਾਂ, 1 0 ਇੱਥੇ ਹੋਰ ਤਾਰ ਲੈਂਦੇ ਹਾਂ, 180। ਹੁਣ ਇਹ ਕਿੰਨੇ 'ਤੇ ਜਾਊਗਾ? 23 ਦਾ ਪਹਾੜਾ ਦੇਖਣਾ ਪਊਗਾ, 8 ਤੀਆ 24 ਹਸਲ 2, 8 ਦੂਣੀ 16, 16 ਤੇ 2 18, ਇਹ ਤਾਂ ਵੱਧ ਗਿਆ, ਇਹ ਜਾਊਗਾ 7 'ਤੇ।
7 या 21 ਹਾਸਲ 2, 7 दूनी 14, 14 ਤੇ 2 ਹੋ ਗਏ 16। ਘਟਾਓ ਇਹਨੂੰ, ਇਹ ਆ ਜਾਊਗਾ ਜੀ ਆਪਣੇ ਕੋਲੇ 19। ਹੁਣ ਇੱਥੇ ਪੁਆਇੰਟ ਲੱਗੂ ਕਿਉਂਕਿ ਆਪਣੇ ਕੋਲੇ ਜ਼ੀਰੋਆਂ ਹੋਰ ਤਾਰਨ ਲਈ ਬਚੀਆਂ ਨੇ, ਜ਼ੀਰੋ ਲਗਾ ਦਾਂਗੇ। ਹੁਣੀ ਆਪਾਂ ਦੇਖਿਆ ਸੀ ਕਿਹਦੇ ਤੇ ਗਿਆ ਸੀ, ਇਹ 8 ਤੇ। 184 ਕਿੰਨਾ ਆ ਜਾਊਗਾ ਘਟਾ ਕੇ 6, ਫੇਰ ਜ਼ੀਰੋ ਤਾਰ ਲਾਂਗੇ। 60 ਹੁਣੇ 2 ਤੇ ਜਾਊਗਾ। ਚਲੋ ਬਹੁਤ ਹੈ, ਹੁਣ ਇਹ ਆਪਾਂ ਡੈਸੀਮਲ ਤੋਂ ਬਾਅਦ 2 ਅੱਖਰ ਲੈ ਚੁੱਕੇ ਹਾਂ, ਤਾਂ 347.82। ਪੂਰੇ ਦੇ ਵਿੱਚ ਪੂਰਾ ਜੋੜਾਂਗੇ, ਦੇਖੋ 1500 ਦੇ ਵਿੱਚ 347.82 ਜੋੜਨਾ, ਤਾਂ 0.82 ਤਾਂ ਇੱਦਾਂ ਹੀ ਆਊਗਾ, ਇੱਧਰ ਆ ਜਾਊਗਾ ਆਪਣੇ ਕੋਲੇ ਇੰਨਾ ਆਨਸਰ ਆ ਜਾਊਗਾ ਤੁਹਾਡੇ ਕੋਲੇ ਮੋਡ ਕੁਐਸਚਨ ਨੰਬਰ 3 ਦਾ। ਤਾਂ ਹਾਂਜੀ ਬੇਟਾ, ਇਹ ਸੀਗੇ ਤੁਹਾਡੇ ਕੁਐਸਚਨ ਨੰਬਰ 1, 2 ਤੇ 3 ਜਿਹੜੇ ਆਪਾਂ ਇਸ ਵੀਡੀਓ ਦੇ ਵਿੱਚ ਸੋਲਵ ਕੀਤੇ ਨੇ। ਅਗਲੀ ਵੀਡੀਓ ਦੇ ਵਿੱਚ ਆਪਾਂ ਇਹਦਾ 4th, 5th ਤੇ 6th ਸਮ ਕਰਾਂਗੇ ਤੇ ਐਕਸਰਸਾਈਜ਼ ਕੰਪਲੀਟ ਕਰ ਲਾਂਗੇ। ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਕੁਐਸਚਨ ਸਮਝ ਆ ਗਏ ਹੋਣਗੇ। ਤਾਂ ਉਹਦੇ ਲਈ ਕੀ ਕਰਨਾ ਬੇਟਾ, ਲਾਈਕ ਜ਼ਰੂਰ ਕਰ ਦਿਆ ਕਰੋ, ਠੀਕ ਹੈ। ਥੋੜ੍ਹੀ ਹੌਸਲਾ ਅਫਜ਼ਾਈ ਹੋ ਜਾਂਦੀ ਹੈ ਅਤੇ ਨੈਕਸਟ ਟਾਈਮ ਹੋਰ ਵਧੀਆ ਵੀਡੀਓ ਬਣਾਉਣ ਦੇ ਲਈ ਵੀ ਸਾਨੂੰ ਐਨਕਰੇਜਮੈਂਟ ਮਿਲਦੀ ਹੈ, ਠੀਕ ਹੈ ਜੀ। ਸਬਸਕ੍ਰਾਈਬ ਕਰ ਲਿਓ ਜੇ ਹਾਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ। ਬਾਏ ਬੇਟਾ।